ਸਿੰਘ ਨੇ ਠਕਰਾਈਆਂ ਤੇ इधर ਕਹਿੰਦੇ ਨੇ जद इसनूं पता लगा कि ਜਿਹੜੇ ਬੰਦੇ ਨੂੰ ਮਾਰਨ ਦਾ मैं ਪਰਨ ਕੀਤਾ ਇਹ ਲੰਡਨ ਵਿਖੇ ਹੈ, ਇਹ ਇੱਥੇ ਨਹੀਂ ਹੈ, ਇਹ ਤਾਂ ਵਿਦੇਸ਼ ਜਾ ਪਹੁੰਚਾ ਹੈ। ਕਹਿੰਦੇ ਨੇ ਉਸ ਵਕਤ ਸ਼ਹੀਦ ਊਧਮ ਸਿੰਘ ਜਿਸ ਨੇ ਕਹਿੰਦੇ ਪਾਸਪੋਰਟ ਬਣਾਇਆ, ਕਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਦੇ ਪਾਸਪੋਰਟ ਬਣਾ ਕੇ ਕਹਿੰਦੇ ਨੇ ਕਾਬਲ ਘਰਦਾਰ ਤੋਂ ਲਾਂਚਾਂ ਵਿੱਚ ਬਹਿ ਗਏ। ਕਹਿੰਦੇ ਨੇ ਜਰਮਨ, ਇਟਲੀ, ਫਰਾਂਸ ਹੁੰਦਾ ਹੋਇਆ ਇਹ ਕਹਿੰਦੇ ਨੇ ਲੰਡਨ ਪਹੁੰਚਾ। ਲੰਡਨ ਪਹੁੰਚ ਕੇ ਕਹਿੰਦੇ ਨੇ ਇੱਥੇ ਮੋਨੇ ਸਾਧ ਦੇ ਅੰਦਰ ਸਾਧ ਦੇ ਰੂਪ ਦੇ ਵਿੱਚ ਘੁੰਮ ਰਿਹਾ। ਇਤਿਹਾਸ ਇਹ ਵੀ ਲਿਖਦਾ ਹੈ ਕਿ ਸ਼ਹੀਦ ਊਧਮ ਸਿੰਘ ਦਾ ਪਹਿਲਾ ਜੋ ਨਾਂ ਸ਼ੇਰ ਸਿੰਘ ਸੀਗਾ ਤੇ ਬਾਅਦ ਦੇ ਵਿੱਚ ਊਧਮ ਸਿੰਘ ਕਿਵੇਂ ਬਣਿਆ ਹੈ। ਕਹਿੰਦੇ ਨੇ ਉਸ ਵਕਤ ਸ਼ਹੀਦ ਊਧਮ ਸਿੰਘ ਨੇ ਕਦੇ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਨ ਨਹੀਂ ਕੀਤਾ, ਪਰ ਜਦੋਂ ਉਸਨੂੰ ਇਹਨਾਂ ਕਾਰਨਾਂ ਸ਼ਹੀਦਾਂ ਦਾ ਕੋਲ ਖੜੇ ਹੋ ਕੇ ਉਸਨੇ ਪਰਨ ਕੀਤਾ, ਪਰ ਉਸਨੂੰ ਕਹਿੰਦੇ ਨੇ ਕੇਸ ਕਤਲ ਕਰਾਉਣੇ ਪਏ, ਕਿਉਂਕਿ ਸਾਡੇ ਜੋ ਸਭ ਸੂਰਤ ਵਿੱਚ ਜਾਂਦਾ ਸੀ ਤੇ ਉਹ ਫੜਿਆ ਜਾਂਦਾ ਸੀ। ਇਸ ਕਰਕੇ ਕਹਿੰਦੇ ਨੇ ਉਸਨੇ ਆਪਣੇ ਸਵਾਰਥ ਵਾਸਤੇ ਨਹੀਂ, ਦੇਸ਼ ਕੌਮ ਦੇ ਭਲੇ ਵਾਸਤੇ ਬਦਲਾ ਲੈਣ ਵਾਸਤੇ ਕਹਿੰਦੇ ਨੇ ਆਪਣੇ ਕੇਸ ਕਤਲ ਕਰਵਾਏ। ਤੇ ਸ਼ਹੀਦ ਊਧਮ ਸਿੰਘ ਉੱਥੇ ਲੰਡਨ ਦੇ ਬਾਜ਼ਾਰਾਂ ਵਿੱਚ ਘੁੰਮਦਾ, ਇੱਥੇ ਕਹਿੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਤੇ ਰਾਤ ਨੂੰ ਠਹਿਰਦਾ ਸੀ, ਦਿਨੇ ਲੱਭਦਾ ਫਿਰਦਾ ਸੀ। ਕਹਿੰਦੇ ਨੇ ਇੱਕ ਦਿਨ ਇਹੋ ਜਿਹਾ ਵੇਲਾ ਆਇਆ, ਸ਼ਹੀਦ ਊਧਮ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਖੜਾ ਹੋ ਗਿਆ, ਅਰਦਾਸ ਕਰਦਾ, ਕਹਿੰਦਾ ਸਤਿਗੁਰੂ ਜੇ ਸਿੱਖ ਅਰਦਾਸ ਸਵੇਰ ਨੂੰ ਕਰੇ ਤੇ ਸ਼ਾਮ ਨੂੰ ਪੂਰੀ ਕਰ ਲੈਂਦਾ। ਮੈਨੂੰ ਅੱਜ 21 ਸਾਲ ਹੋ ਗਏ ਨੇ, 1940 ਸਨ ਆ ਗਿਆ, ਉਹ ਡਵੈਰ ਮੇਰੇ ਡਿੱਕੇ ਨਹੀਂ ਚੜਿਆ, ਆਪ ਕਿਰਪਾ ਕਰੋ ਤੇ ਮੈਂ ਉਹਨੂੰ ਜਾ ਕੇ ਮਾਰਨ ਦੀ ਕੋਸ਼ਿਸ਼ ਕਰਾਂ। ਕਹਿੰਦੇ ਨੇ ਉਸ ਵਾਰ ਜਦ ਮੱਥਾ ਟੇਕ ਕੇ ਊਧਮ ਸਿੰਘ ਇੱਥੋਂ ਨਿਕਲਿਆ ਹੈ, ਕਹਿੰਦੇ ਨੇ ਇਸਦੇ ਮੋੜ ਉੱਤੇ ਕੀ ਦੇਖਿਆ ਕਿ ਲੱਗਾ ਹੋਇਆ ਪੋਸਟਰ, ਜਿਸ ਦੇ ਵਿੱਚ ਪੋਸਟਰ ਵਿੱਚ ਇਹ ਲਿਖਿਆ ਹੋਇਆ ਕਿ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਗੋਰਿਆਂ ਦੀ ਮੀਟਿੰਗ ਹੈ 13 ਮਾਰਚ 1940 ਨੂੰ, ਤੇ ਉੱਥੇ ਸਰ ਮਾਈਕਲ ਅਡਵੈਰ ਆਪਣਾ ਭਾਸ਼ਣ ਦੇਵੇਗਾ। ਸ਼ਹੀਦ ਊਧਮ ਸਿੰਘ ਨੇ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਮੈਨੂੰ ਆਪ ਮੇਰੇ ਤੇ ਆਪਣਾ ਮਿਹਰ ਭਰਾ ਧਾਰਨ ਕਰੋ, ਮੈਂ ਉਸ ਅਡਵੈਰ ਤੱਕ ਪਹੁੰਚਾਂ। ਕਹਿੰਦੇ ਨੇ ਇਸ ਨੇ ਬੁੱਕ ਕਹਿੰਦੇ ਲੈ ਕੇ ਉਹ ਬੁੱਕ ਦੇ ਵਿੱਚੋਂ ਵਰ ਕੇ ਕੱਟ ਕੇ ਤੇ ਵਿੱਚ ਪਿਸਤੌਲ ਰੱਖ ਕੇ ਤੇ ਕਹਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਹਿੰਦੇ ਨੇ ਉਸ ਕੈਕਸਟਨ ਹਾਲ ਦੇ ਵਿੱਚ ਪਹੁੰਚਾ ਹੈ। ਮੇਰੇ ਕੋਲ ਕਵਿਤਾ ਤੇ 2-3 ਹੋਰ ਬਾਕੀ ਸੀ, ਪਰ ਮੇਰੇ ਕੋਲ ਕਵਿਤਾ ਆਖਰ ਵਾਲੀ ਬੋਲ ਕੇ ਆਪ ਜਦੋਂ ਖਿਮਾ ਦੇ ਜਾਚਕ ਹੋ ਜਾਣਾ। ਸ਼ਹੀਦ ਊਧਮ ਸਿੰਘ ਉਸ ਮੀਟਿੰਗ ਦੇ ਵਿੱਚ ਪਹੁੰਚ ਗਿਆ ਜਿੱਥੇ ਸਰ ਮਾਈਕਲ ਅਡਵੈਰ ਵੀ ਆ ਗਿਆ। ਉੱਥੇ ਕਹਿੰਦੇ ਨੇ ਕਿ ਵੱਖਰੇ ਵੱਖਰੇ ਲੀਡਰਾਂ ਗੋਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ। ਹੁਣ ਵਾਰੀ ਆਈ ਹੈ ਉਹ ਸਰ ਮਾਈਕਲ ਅਡਵੈਰ ਦੀ, ਤੇ ਕਹਿੰਦੇ ਨੇ ਜੋ ਸਟੇਜ ਉੱਤੇ ਆਇਆ ਇਸ ਨੇ ਕਹਿੰਦੇ ਆਪਣੇ ਨਾਲ ਦੇ ਗੋਰਿਆਂ ਨੂੰ ਆਖਿਆ, ਕਹਿੰਦਾ ਅਰਦਾਸ ਹੋਣ ਦੀ ਕਿਹੜੀ ਗੱਲ ਹੈ, ਜੇ ਇੰਡੀਆ ਵਿੱਚ ਕੋਈ ਹਲਚਲ ਹੋ ਰਹੀ ਹੈ ਤਾਂ ਮੈਨੂੰ ਇੱਕ ਵਾਰੀ ਭੇਜੋ ਉੱਥੇ, ਕਿਉਂਕਿ ਕਹਿੰਦੇ ਨੇ ਜਿਹੜਾ ਹੰਕਾਰ ਹੈ ਆਦਮੀ ਦਾ, ਇੱਕ ਤੇ ਸਿੱਕਾ ਚੱਲ ਚੁੱਕਿਆ ਸੀ ਇਹਦਾ, ਤੇ ਦੂਸਰਾ ਦੌਲਤ ਤੇ ਸ਼ੋਹਰਤ ਜਿਸ ਨੇ ਰੱਬ ਹੀ ਭੁਲਾ ਦਿੱਤਾ ਸੀ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਹਰ ਜੂ ਹੰਕਾਰ ਨਾ ਭਾਵੇ ਬੇਦ ਕੂਕ ਸੁਣਾਵੇ, ਬੇਦ ਦੀ ਕੂਕਾਂ ਪਕਾਰਾਂ ਕਰ ਕਰਕੇ ਕਹਿੰਦੇ ਨੇ, ਪਰ ਬੰਦੇ ਨੂੰ ਜੋ ਦੌਲਤ ਸ਼ੋਹਰਤ ਦਾ ਨਸ਼ਾ ਹੋ ਜਾਂਦਾ ਹੈ। ਇਸੇ ਕਰਕੇ ਵੱਡੇ ਵੱਡੇ ਮਹਾਂਪੁਰਸ਼ ਕਹਿੰਦੇ ਨੇ ਮੈਂ ਅੱਖਾਂ ਤਾਂ ਮਾਰੀਏ ਤੂੰ ਅੱਖਾਂ ਤਾਂ ਤਰੀਏ। ਕਹਿੰਦੇ ਨੇ ਬੱਕਰੇ ਨੇ ਆਖਿਆ ਮੈਂ ਤੇ ਕਸਾਈ ਨੇ ਸਿਰ ਵੱਢ ਦਿੱਤਾ, ਧੌਣ ਲਾ ਦਿੱਤੀ, ਖਲ ਲਾ ਦਿੱਤੀ, ਥੋੜਾ ਥੋੜਾ ਕਰਕੇ ਵਗ ਗਿਆ। ਜਦੋਂ ਕਹਿੰਦੇ ਇਹਦੀਆਂ ਜੋ ਨਾੜਾਂ ਪਈਆਂ ਸਨ, ਇਹਦੀਆਂ ਆਂਦਰਾਂ ਪਈਆਂ ਸਨ ਰੂੜੀ ਦੇ ਢੇਰ ਉੱਤੇ, ਕਿਸੇ ਤੇਲੀ ਨੇ ਚੁੱਕੀਆਂ ਤੇ ਉਸਨੂੰ ਸਾਫ਼ ਕੀਤਾ, ਸੁਕਾਇਆ, ਤੇ ਕਹਿੰਦੇ ਨੇ ਵੱਟ ਚੜਾਇਆ ਤੇ ਕਹਿੰਦੇ ਤੰਦੀ ਬਣ ਗਈ। ਜਦੋਂ ਤੰਦੀ ਨੇ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਤੇਲੀ ਨੇ ਰੂੰ ਪੰਜਣ ਵਾਸਤੇ ਤੇ ਸੱਟ ਮਾਰੀ, ਤੇ ਕਹਿੰਦੇ ਜਿਹੜਾ ਕਈਆਂ ਦਿਨਾਂ ਤੋਂ ਬੱਕਰਾ ਕਰਦਾ ਸੀ ਮੈਂ ਤੇ ਉਹਦੇ ਵਿੱਚੋਂ ਤੂੰ ਦੀ ਆਵਾਜ਼ ਆਉਣ ਲੱਗੀ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਪ੍ਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ। ਕਹਿੰਦੇ ਇਸ ਸਰ ਮਾਈਕਲ ਅਡਵੈਰ ਨੇ ਹੰਕਾਰ ਵਿੱਚ ਆਣ ਕੇ ਆਖਿਆ, ਕਹਿੰਦਾ ਜੇ ਇੰਡੀਅਨ ਸੂਦ ਨਹੀਂ ਆਉਂਦੇ ਤਾਂ ਮੈਨੂੰ ਭੇਜੋ। ਇੰਡੀਆ ਦਾ ਜਿਹੜਾ ਵੱਡਾ ਪ੍ਰਧਾਨ ਸੂਬਾ ਪੰਜਾਬ ਬਣਿਆ ਫਿਰਦਾ ਸੀ ਉਹਨੂੰ ਤਾਂ ਮੈਂ ਇੱਕ ਵਾਰੀ ਸਬਕ ਸਿਖਾ ਕੇ ਆਇਆ, ਜੇ ਅਜੇ ਵੀ ਕੋਈ ਮੇਰੀ ਜ਼ਰੂਰਤ ਹੈ ਤਾਂ ਮੈਨੂੰ ਦੱਸੋ, ਉਦਾਸ ਹੋਣ ਦੀ ਕੋਈ ਲੋੜ ਨਹੀਂ। ਉਸ ਵੇਲੇ ਕਹਿੰਦੇ ਨੇ ਉਸ ਭਾਸ਼ਣ ਨੂੰ ਸੁਣਦਾ ਹੋਇਆ ਸ਼ਹੀਦ ਊਧਮ ਸਿੰਘ ਉਹ ਕੁਰਸੀ ਸਾਹਮਣੇ ਤੋਂ ਉੱਠ ਕੇ ਸ਼ਹੀਦ ਊਧਮ ਸਿੰਘ ਨੇ ਆਪਣਾ ਸਦਾ ਦਾ ਸਾਥੀ ਪਿਸਤੌਲ ਬੁੱਕ ਤੋਂ ਕੱਢ ਕੇ ਜਿਵੇਂ ਇਹ ਸਰ ਮਾਈਕਲ ਅਡਵੈਰ ਨੂੰ ਸਦਾ ਦੇ ਨੀਂਦ ਸਵਾਇਆ, ਉਸ ਵਕਤ ਦਾ ਵਾਤਾਵਰਨ ਕਵੀ ਦੀ ਕਲਮ ਨੇ ਇਹ ਇਸ ਤਰ੍ਹਾਂ ਲਿਖਿਆ ਜੀ। ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਤੇ ਕੋਲੇ ਉਸ ਥਾਂ ਆਣ ਕੇ ਚੈਕ ਦੀਏ, ਜਿੱਥੇ ਜਿੱਥੇ ਸ਼ਹੀਦਾਂ ਦੀ ਰਾਤ ਡੁੱਲੇ ਤੇ ਉੱਥੇ ਫਸਲ
ਬਦਲਾ ਬਦੀ ਮੈਂ ਕਦੀ ਏ। ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਤੇ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਤੇ ਸੋਹਣੇ ਦੇਸ਼ ਦੀ ਇੱਕ ਇੱਕ ਮੰਗ ਉੱਤੇ ਤੇ ਸੋਹਣੇ ਵਤਨ ਦੀ ਇੱਕ ਇੱਕ ਮੰਗ ਉੱਤੇ। ਉਹਨੇ ਵਾਰ ਸਟੇਜ ਤੇ ਆਇਆ ਉਸ ਬੜਾ ਹੰਕਾਰ ਵਿਖਾਇਆ ਮੈਂ ਇਹਨਾਂ ਨੂੰ ਬਹੁਤ ਡਰਾਇਆ ਵਿੱਚ ਬਾਗ ਦੇ ਘਰ ਕਮਾਇਆ ਮੈਂ ਜੋੜਿਆ ਮਾਰ ਮਕਾਇਆ ਮੈਂ। ਫਿਰ ਉੱਠਿਆ ਪੰਜਾਬੀ ਸ਼ੇਰ ਜਿਵੇਂ ਮਾਰਦਾ ਛਾਲ ਪਲੇਰ ਵੈਰੀ ਨੂੰ ਲੈਂਦਾ ਘੇਰਾ ਝੱਟ ਬੁੱਕ ਚੋਂ ਪਿਸਟਲ ਕੱਢਿਆ ਏ ਵੈਰੀ ਦੇ ਵੱਲ ਨੂੰ ਛੱਡਿਆ ਏ। ਉਹਨੇ ਸਟੇਜ ਤੇ ਆਇਆ ਉਸ ਬੜਾ ਹੰਕਾਰ ਵਿਖਾਇਆ ਮੈਂ ਇਹਨਾਂ ਨੂੰ ਬਹੁਤ ਡਰਾਇਆ ਵਿੱਚ ਬਾਗ ਦੇ ਘਰ ਕਮਾਇਆ ਮੈਂ ਜੋੜਿਆ ਮਾਰ ਮਕਾਇਆ ਮੈਂ। ਫਿਰ ਉੱਠਿਆ ਪੰਜਾਬੀ ਸ਼ੇਰ ਜਿਵੇਂ ਮਾਰਦਾ ਛਾਲ ਪਲੇਰ ਵੈਰੀ ਨੂੰ ਲੈਂਦਾ ਘੇਰਾ ਝੱਟ ਬੁੱਕ ਚੋਂ ਪਿਸਟਲ ਕੱਢਿਆ ਏ ਵੈਰੀ ਦੇ ਵੱਲ ਨੂੰ ਛੱਡਿਆ ਏ। ਉਹ ਫਿਰ ਤੜ ਗੋਲੀਆਂ ਛੱਡੀਆਂ ਅਡਵਾਰ ਦੇ ਸੀਨੇ ਗੱਡੀਆਂ ਜਿਵੇਂ ਭੱਜਦੀਆਂ ਡਰ ਕੇ ਡੱਡੀਆਂ ਲੱਭਿਆ ਨਾ ਕੋਈ ਲੱਭਦਾ ਏ ਕੱਲਾ ਊਧਮ ਸਿੰਘਈ ਗੱਜਦਾ ਏ। ਉਹ ਸਭ ਵੜ ਕੇ ਮੇਜ਼ਾਂ ਥੱਲੇ ਜਾਂਦੇ ਨਾ ਹੌਸਲੇ ਠੱਲੇ ਉਹ ਭਜਦੇ ਜਾਣ ਨਗੱਲੇ ਦੌੜੇ ਸੀ ਜਾਂਦੇ ਸਾਰੇ ਜੀ ਖੜਾ ਸਿੰਘ ਸ਼ੇਰ ਲਲਕਾਰੇ ਜੀ। ਉਹ ਡਿੱਗਾ ਤੜਪੇ ਪਿਆ ਅਡਵਾਰ ਜਿਸ ਬਾਗ ਚ ਕੀਤਾ ਕਰ 21 ਸਾਲੀ ਲਾ ਲਿਆ ਵੈਰ ਫਿਰ ਐਸੀ ਸ਼ੇਰੀਏ ਨਾਮੀ ਨੇ ਤੇ ਊਧਮ ਸਿੰਘ ਸਨਾਮੀ ਨੇ। ਮੈਨੂੰ ਆਓ ਗੋਰਿਓ ਫੜ ਲਓ ਐਵੇਂ ਨਾ ਡਰ ਕੇ ਦੜ ਲਓ ਅੱਜ ਤੋਂ ਇਹ ਸਬਕ ਤੁਸੀਂ ਪੜ ਲਓ ਅੱਗੇ ਤੋਂ ਭਾਜੀ ਪਾਇਓ ਨਾ ਸਾਡੇ ਨਾਲ ਪੰਗਾ ਪਾਇਓ ਨਾ। ਉਹ ਸੀ ਪਾਈਆਂ ਬਹੁਤ ਵੰਗਾਰ ਸਭ ਡਰ ਕੇ ਭੱਜੀਆਂ ਧਾਰ ਡੰਗਰਾਗ ਮਰਦ ਤੇ ਨਾਰ ਉੱਥੇ ਪੁੱਤ ਨੇ ਸਾਂਭੇ ਮਾਵਾਂ ਨੇ ਅਡਵਾਰ ਦੀਆਂ ਸਜੀਆਂ ਬਾਵਾਂ ਨੇ। ਉਹ ਤਾਈਓ ਉਸ ਮਰਦ ਦੇ ਸੋਲੇ ਤਾਈਓ ਉਸ ਮਰਦ ਦੇ ਸੋਲੇ ਅੱਜ ਗਾਉਣ ਕਵੀਸ਼ਰ ਟੋਲੇ ਸਭ ਪੜ੍ਹਦੇ ਉਸ ਦੇ ਢੋਲੇ ਹਰਪਾਲ ਤੇ ਸਿੱਧੂ ਸੰਘੇੜੇ ਜੀ ਬਦਲਾ ਲਿਆ ਜਾਲਮਾ ਵੇੜੇ ਜੀ। ਸਤਿਗੁਰ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਕਹਿੰਦੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਹਥਿਆਰਬੰਦ ਨੂੰ ਮਾਰ ਦੇਵੇ ਨਾ ਫਿਰ ਕੋਈ ਰੋਸ ਨਹੀਂ ਹੈ। ਕਹਿੰਦੇ ਰੋਸ ਉਦੋਂ ਹੁੰਦਾ ਹੈ ਜਦੋਂ ਕੋਈ ਆਦਮੀ ਬੈਠਾ ਹੋਵੇ ਜਾਂ ਖੜਾ ਹੋਵੇ ਤੇ ਹਥਿਆਰਬੰਦ ਆ ਕੇ ਉਹਦੇ ਉੱਤੇ ਗੋਲੀਆਂ ਦੀ ਵਾਛੜ ਕਰ ਦੇਵੇ ਤੇ ਫਿਰ ਉਹਦੇ ਨਾਲ ਮੁਕਾਬਲਾ ਬਣਦਾ ਨਹੀਂ ਹੈ। ਕਹਿੰਦੇ ਨੇ ਇਸੇ ਤਰ੍ਹਾਂ ਡਵੈਰ ਨੇ ਬਾਗ ਦੇ ਵਿੱਚ ਸਰ ਮਾਈਕਲ ਡਵੈਰ ਨੇ ਕੀਤਾ ਕਿ ਇਸੇ ਗੱਲ ਦਾ ਰੋਸ ਕਹਿੰਦੇ ਪ੍ਰਮਾਤਮਾ ਦੇ ਘਰੇ ਵੀ ਸੀ ਕਿਉਂਕਿ ਡਵੈਰ ਨੇ ਨਿਰਦੋਸ਼ੀ ਭਾਰਤੀਆਂ ਤੇ ਗੋਲੀ ਚਲਾਈ ਸੀ। ਪਰ ਜੇ ਆਪਾਂ ਇਹ ਸਿੱਟਾ ਦੇਖੀਏ ਇਸ ਕਾਨਫਰੰਸ ਦੇ ਵਿੱਚ ਇਕੱਲੇ ਪੰਜਾਬੀ ਨਹੀਂ ਇਕੱਲੇ ਸਿੰਘ ਨਹੀਂ ਮਾਰੇ ਗਏ ਇੱਥੇ ਹਿੰਦੂ ਵੀਰ ਵੀ ਮਾਰੇ ਗਏ ਮੁਸਲਮਾਨ ਵੀਰ ਵੀ ਮਾਰੇ ਗਏ ਇੱਥੇ ਤਿੰਨਾਂ ਚੌਂ ਮਜ਼੍ਹਬਾਂ ਦੇ ਲੋਕ ਮਾਰੇ ਗਏ ਪਰ ਬਦਲਾ ਲੈਣ ਵਾਸਤੇ ਇਕੱਲਾ ਪੰਜਾਬੀ ਲੰਡਨ ਵਿਖੇ ਗਿਆ। ਇਸੇ ਕਰਕੇ ਉਸ ਮਰਦ ਨੂੰ ਅੱਜ ਆਪਾਂ ਯਾਦ ਕਰਦੇ ਹਾਂ ਜਿਹਨੇ 21 ਸਾਲਾਂ ਦੇ ਬਾਅਦ ਬਦਲਾ ਲੈ ਕੇ ਤੇ ਆਪਣੇ ਦਿਲ ਨੂੰ ਠੰਡਿਆ ਕੀਤਾ। ਕਹਿੰਦੇ ਉਸ ਵਕਤ ਗੋਰੇ ਮੇਜ਼ਾਂ ਦੇ ਥੱਲੇ ਵੜ ਗਏ ਕਿਉਂਕਿ ਜਦੋਂ ਪੈਂਦੀਆਂ ਨੇ ਕਹਿੰਦੇ ਉਦੋਂ ਕੋਈ ਨਹੀਂ ਖੜਦਾ। ਜਿਹੜੇ ਗੋਰੇ ਦੇ ਯਾਰ ਮਿੱਤਰ ਉੱਥੇ ਆਏ ਸਨ ਸਾਰੇ ਡੈਸਕਾਂ ਦੇ ਥੱਲੇ ਵੜ ਗਏ ਪਰ ਊਧਮ ਸਿੰਘ ਨੇ ਦੂਜੇ ਹੋਰ ਕਿਸੇ ਤੇ ਵਾਰ ਨਹੀਂ ਕੀਤਾ। ਜੋ ਵੈਰੀ ਹਥਿਆਰਾਂ ਦੀ ਛਾਂ ਵਿੱਚ ਖੜਾ ਸੀ ਉਸ ਨੂੰ ਵੰਗਾਰ ਕੇ ਉੱਤੇ ਵਾਰ ਕੀਤਾ ਤੇ ਉਹਨੂੰ ਸਦਾ ਦੀ ਨੀਂਦੇ ਸਵਾ ਦਿੱਤਾ। 13 ਕਹਿੰਦੇ ਨੇ ਉਸ ਵਕਤ ਸ਼ਹੀਦ ਊਧਮ ਸਿੰਘ ਉੱਤੇ ਕੇਸ ਚੱਲਿਆ ਤੇ ਸ਼ਹੀਦ ਊਧਮ ਸਿੰਘ ਨੇ ਕਿਹਾ ਕਿ ਮੈਂ ਬਾਗ ਦਾ ਜੋ ਬਦਲਾ ਲਿਆ ਹੈ ਮੈਨੂੰ ਮੌਤ ਪ੍ਰਵਾਨ ਹੈ ਤੁਸੀਂ ਜੋ ਮਰਜ਼ੀ ਕਰ ਲਓ ਜੋ ਮੈਂ ਕਰਨਾ ਸੀ ਕਰ ਲਿਆ ਤੇ ਗ੍ਰਿਫਤਾਰੀ ਹੋਈ
ਤੇ ਕਹਿੰਦੇ 31 ਜੁਲਾਈ 1940 ਨੂੰ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਉੱਤੇ ਲਟਕਾਇਆ ਗਿਆ। ਇਹ ਉਸ ਮਹਾਨ ਸ਼ਹੀਦੀ ਗਾਥਾ ਹੈ। ਆਓ ਜੀ, ਕੋਈ ਬੋਲਦੇ ਹਾਂ ਗਲਤੀ ਹੋ ਗਈ ਹੋਵੇ ਤਾਂ ਭੁੱਲ ਚੁੱਕ ਮਾਫ ਕਰਨੀ। ਸਾਰੀ ਸੰਗਤ ਪਿਆਰ ਵਿੱਚ ਆਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।